गुर गोबिंद गोपाल गुर गुरपूरन नारायण है। गुर दयाल समरथ गुर गुर नानक पतत उदाहरण है। चवर छतर तखत दे मालक साहिब श्री गुरु ग्रंथ साहिब जी तिन्हां दी पवित्र हजूरी विच सुभाएमान गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। धन धन श्री गुरु हरकृष्ण साहिब सच्चे पातशाह जी दे पवित्र स्थान गुरुद्वारा श्री बंगला साहिब दिल्ली विखे आप सरबत संगतां हाजरीन हो। सिंह साहब ज्ञानी रणजीत सिंह हुणा ने तुर्की बाणी दा पवित्र फुरमान आप संगत नूं सरवण करवाया है। आओ उस अगम्मी बाणी दी विचार दे नाल जुड़ के समय नूं जीवन नूं सफला करिए। सतनाम श्री वाहिगुरु साहब जी। कबीरा एक अचंभव देखियो हीरा हाट बिकाए बंजन हारे बाहरा कौडी बदल जाए। भगत कबीर जी का यह श्लोक श्री गुरु ग्रंथ साहिब महाराज जी के 1372 अंग उपर दर्ज है। इत्थे जिहड़े अल्फाज कबीर जी ने वरते ने अचंभव, कोई असंभव जही घटना होनी, हैरान करने वाली घटना होनी और उस घटना का हो जाना। अगे हीरा लफ्ज वरतते ने अमोलक रतन जो है जिसकी चमक बड़ी है, मुल बड़ा है, शीशे नूं चीरन वाला है। हाट कहिंदे ने हट नूं, दुकान नूं। बिकाए दा मतलब है विक जाना। कहंदे बड़ा अचंभा है, बड़ी हैरानी दी गल है, हीरा आम ही दुकानां ते विक रहा है। हुण ये आपां भी जानते हैं बेशकीमती है हीरा। सुनियारियां दे पास, पारखुआं दे पास होया करदा है, उहदी कीमत जानते ने, बड़ा हिफाजत विच रखते ने। किते आम दुकानां ते जां मंडी विच थोड़ा हीरे विकदे ने। इहदा भाव समझिओ। पहला पक्ष तो यह है, ये जिहड़ा ज्ञान है अध्यात्मिकता का, ये हीरा है जिहदा कोई मुल नहीं है। कई बार असीं जदों केवल माया की खातर ये ज्ञान वंडदे हैं ना, जां प्रचार करते हैं, तो जिसने समागम करवाया हुंदा है, जो उपदेश सुनता है, वो अनधिकारी हुंदा है।
ਭਾਵ ਉਹਦੇ ਵਿੱਚ ਕੋਈ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ। ਅਸਲ ਗਿਆਨ ਦਾ ਮੁੱਲ ਸ਼ਰਧਾ ਹੈ, ਭਾਵਨਾ ਹੈ। ਤੇ ਜੇ ਕੇਵਲ ਮਾਇਆ ਦੀ ਖਾਤਰ ਗਿਆਨ ਅਸੀਂ ਵੰਡ ਰਹੇ ਹਾਂ, ਸਾਹਮਣੇ ਵਾਲਾ ਅਧਿਕਾਰੀ ਨਹੀਂ ਸੀ, ਭਾਵਨਾ ਨਹੀਂ ਸੀ ਉਹਦੇ ਵਿੱਚ, ਸ਼ਰਧਾ ਨਹੀਂ ਸੀ, ਤੇ ਇਹ ਇਉਂ ਹੈ ਵੀ ਜਿਵੇਂ ਉਹ ਹੀਰਾ ਸਬਜ਼ੀ ਮੰਡੀ 'ਚ ਹੀ ਵੇਚ ਦਿੱਤਾ ਹੋਵੇ ਅਸੀਂ, ਜਿੱਥੇ ਕੋਈ ਅਧਿਕਾਰੀ ਨਹੀਂ ਹੈ, ਜਿੱਥੇ ਕੋਈ ਖਰੀਦਣ ਦੇ ਕਾਬਲ ਹੀ ਨਹੀਂ ਹੈ, ਜਿੱਥੇ ਕੋਈ ਇਹਦੀ ਕੀਮਤ ਉਤਾਰ ਹੀ ਨਹੀਂ ਸਕਦਾ। ਸੋ ਗਿਆਨ ਦੀ ਕੀਮਤ ਭਾਵਨਾ ਹੈ, ਸ਼ਰਧਾ ਹੈ, ਪੈਸਾ ਨਹੀਂ। ਪਰ ਕਬੀਰ ਜੀ ਕਹਿੰਦੇ ਇਹ ਪੰਡਤ ਆਦਿਕ ਲੋਕ ਪੈਸੇ ਲੈ ਕੇ ਹੀ ਗਿਆਨ ਵੇਚ ਰਹੇ ਨੇ, ਇਹ ਦੇਖਦੇ ਹੀ ਨਹੀਂ ਸਾਹਮਣੇ ਵਾਲਾ ਅਧਿਕਾਰੀ ਹੈ ਵੀ ਜਾਂ ਅਨਅਧਿਕਾਰੀ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਹੁਣ ਜਦੋਂ ਹੀਰੇ ਦੀ ਪਹਿਚਾਣ ਨਾ ਹੋਵੇ ਤੇ ਉਹ ਕੱਚ ਦੇ ਭਾਅ ਕੌਡੀਆਂ ਵਿੱਚ ਹੀ ਵਿਕ ਜਾਂਦਾ ਹੈ। ਜਦੋਂ ਅਸੀਂ ਗਿਆਨ ਪੈਸੇ ਲੈ ਕੇ ਵੇਚਦੇ ਹਾਂ, ਸ਼ਰਧਾ ਰੂਪੀ ਮੁੱਲ ਜਗਿਆਸੂ ਜੇ ਨਾ ਤਾਰੇ ਤੇ ਕਹਿੰਦੇ ਤੇ ਕੌਡੀਆਂ ਦੇ ਭਾਅ ਹੀ ਤੂੰ ਗਿਆਨ ਵੇਚ ਦਿੱਤਾ ਹੈ। ਬੰਜਨਹਾਰਾ ਵਪਾਰੀ ਨੂੰ ਕਿਹਾ ਜਾਂਦਾ ਹੈ। ਬਾਹਰਾ ਦਾ ਮਤਲਬ ਹੈ ਬਗੈਰ। ਜਿਹੜੀ ਕੌਡੀ ਹੈ ਨਾ, ਇਹ ਪੁਰਾਣੇ ਸਮੇਂ ਦੇ ਵਿੱਚ ਸਿੱਕਿਆਂ ਵਜੋਂ, ਮਾਇਆ ਵਜੋਂ ਪ੍ਰਚਲਿਤ ਸੀ ਕਈ ਦੇਸ਼ਾਂ ਦੇ ਵਿੱਚ। ਸਮੁੰਦਰ ਵਿੱਚ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ, ਇਹ ਉਹਦੇ ਰਹਿਣ ਦਾ ਘਰ ਹੁੰਦਾ ਹੈ, ਚੂਨੇ ਤੋਂ ਬਣੀ ਹੁੰਦੀ ਹੈ ਕੌਡੀ, ਔਰ ਤਕਰੀਬਨ 1 ਪੈਸੇ ਦੀਆਂ ਲਗਭਗ 64 ਦੇ ਕਰੀਬ ਕੌਡਾਂ ਹੁੰਦੀਆਂ ਸਨ। ਸੋ ਇਹ ਕਰੰਸੀ ਹੈ ਬੜੀ ਗਰੀਬੀ ਦਾਵੇ ਵਾਲੀ। ਹੁਣ ਮਹਾਰਾਜ ਕਬੀਰ ਜੀ ਇਹ ਸਮਝਾਉਂਦੇ ਨੇ, ਗਿਆਨ ਰੂਪੀ ਜਿਹੜਾ ਹੀਰਾ ਹੈ, ਅਸਲ ਵਪਾਰੀ ਤੋਂ ਬਿਨਾ, ਭਾਵਨਾ ਵਾਲੇ ਤੋਂ ਬਿਨਾ ਜੇ ਤੂੰ ਅਨਅਧਿਕਾਰੀ ਨੂੰ ਦੇ ਦੇਵੇਂਗਾ, ਇਹਦਾ ਅਸਲ ਮੁੱਲ ਜੋ ਭਾਵਨਾ ਹੈ, ਸ਼ਰਧਾ ਹੈ, ਉਹ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਤੇ ਇਉਂ ਸਮਝ ਲਈ ਪੈਸੇ ਲਈ ਗਿਆਨ ਵੇਚਿਆ, ਇਹ ਕੌਡੀਆਂ ਦੇ ਭਾਅ ਇਹ ਹੀਰਾ ਚਲਿਆ ਗਿਆ। ਦੂਸਰਾ ਪੱਖ ਇਹਦਾ ਇਹ ਹੈ, ਇਹ ਜਿਹੜਾ ਸਰੀਰ ਹੈ ਨਾ, ਇਹ ਬੇਸ਼ਕੀਮਤੀ ਹੀਰਾ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਅਸੀਂ ਕੌਡੀਆਂ ਇਕੱਠੀਆਂ ਕਰਨ ਵਿੱਚ ਹੀ ਗਲਤਾਨ ਕਰ ਲਿਆ, ਮੋਹ ਮਾਇਆ ਵਿੱਚ ਪਏ ਰਹੇ, ਵਿਕਾਰਾਂ ਦੇ ਵਿੱਚ ਹੀ ਗਲਤਾਨ ਕਰ ਲਿਆ। ਅਸਲ ਜੋ ਇਹਦਾ ਮੁੱਲ ਸੀ ਨਾ, ਉਹ ਸੀ ਪਰਮਾਤਮਾ ਦੀ ਪ੍ਰਾਪਤੀ ਕਰਨੀ, ਫਿਰ ਇਹ ਜੀਵਨ ਸਫਲਾ ਸੀ। ਹੁਣ ਕਹਿੰਦੇ ਕੌਡੀਆਂ ਦੇ ਭਾਅ ਹੀ ਚਲਿਆ ਗਿਆ, ਮਾਇਆ ਇਕੱਠੀ ਕਰਦਾ ਰਿਹਾ ਹੈ। ਬਾਣੀ ਦਾ ਫਰਮਾਨ ਹੈ, ਖਸਮ ਵਿਸਾਰ ਆਨ ਕੰਮ ਲਾਗੈ ਹੈ, ਕੌਡੀ ਬਦਲੇ ਰਤਨ ਤਿਆਗੈ ਹੈ। ਇਸ ਜਾਮੇ ਨਾਲ, ਇਸ ਸਰੀਰ ਦੇ ਨਾਲ ਜਿਹੜੇ ਪਰਮਾਤਮਾ ਨੂੰ ਕਮਾਉਣ ਦੀ ਜਗ੍ਹਾ ਉੱਤੇ ਹੋਰ ਪਦਾਰਥਾਂ ਨੂੰ ਕਮਾਉਣ ਵਿੱਚ ਲੱਗੇ ਰਹੇ, ਨਿਰੰਕਾਰ ਨੂੰ ਕਮਾਉਣ ਦੀ ਜਗ੍ਹਾ ਤੇ ਸੰਸਾਰ ਜਿਹੜੇ ਕਮਾਉਂਦੇ ਰਹੇ, ਇਉਂ ਸਮਝ ਲਓ ਉਹਨਾਂ ਹੀਰਾ ਛੱਡ ਦਿੱਤਾ, ਪਰਮਾਤਮਾ ਛੱਡ ਦਿੱਤਾ, ਮਾਇਆ ਕੱਚ ਦੇ ਵਪਾਰ ਵਿੱਚ ਹੀ ਜੀਵਨ ਬਤੀਤ ਕਰ ਲਿਆ। ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਰੂਬਾਈਆਂ ਨੇ, ਉਹ ਮਹਾਂਪੁਰਸ਼ ਕਹਿੰਦੇ ਨੇ, ਕੋਰ ਅਸਤ ਹਰਾਂ ਦੀਦ ਹੈ ਕਿ ਹਕ ਰਾ ਨਾ ਸ਼ਨਾਖਤ, ਈ ਉਮਰੇ ਗਿਰਾ ਮਾਇਆ ਬਾ ਗਫਲਤ ਦਰਬਾਖਤ। ਉਹ ਗਿਰੀਆਂ ਕੁਨਾ ਆਮਦੋ ਬਾ ਹਸਰਤ ਮੁਰਦ, ਅਫਸੋਸ ਦਰੀ ਆਮਦੋ ਸ਼ੁੱਧ,
कारे ना साखत। उस रुबाई विच महापुरुष कहंदे ने वो सब अखां अन्नियां ने जिन्हां ने वाहिगुरू नूं पछाणिया नहीं है, जिन्हां ने सारा जीवन ये नदर माया ते ही ला छड्डी। अमोलक उम्र जिहड़ी सी गफलत दी नींदे ओ गवा लई, लापरवाही विच लंघा दित्ती। कहंदे देख रोंदा दुनिया ते आया सी, क्योंकि मसां ते आजाद होया सी मां दे गर्भ चों, 9-10 महीने पुठा लड़किया सी, आजादी मिली सी और दुनिया ते आ गया। और सारा जीवन माया इकट्ठी करन विच लगा रहा। बड़ियां आसा सन, हसरतां विच, अफसोस विच ही जीवन लंघ गया, क्योंकि जिन्नियां इच्छावां हुंदियां ने भी मिल जावे वो भी पूरीआं ते हुंदियां नहीं। कहंदे इदां ही लंघ गया जीवन, अफसोस विच कहंदे मोया। हुण कहंदे आवागमन विच पै जावेगा, क्योंकि परलोक दा साथी जो गुरु परमेश्वर सी उहदे नाल यारी पाई नहीं। सारा जीवन कौडियां कट्ठियां करदा रहा, मोह माया विच फसिया रहा, अकाल पुरख रूपी रतन नूं गवा दिता। वो जो काम आउण वाला सी उहनूं भुला दिता। रतन त्याग कौडी संग रचै, साच छोड़ झूठ संग मचै। छोड़ जाए तिसका श्रम करै, संग सहाई तिस पर हरै। अंधकूप मह पतत बिकराल, नानक काढ़ लेहो प्रभ दयाल। महाराज कहंदे ने देख शरम कादे पिछे कीता, मेहनत केदे पिछे कीती। कहंदे झूठ पिछे, माया पिछे, जो सदा रहनी नहीं सी कोल। ते जो रहन वाला सी, जिसने ये किरपा कीती, ये जीवन दिता, ये परिवार दिता, सुख सहूलतां दित्तियां, जो सहायता करन वाला सी, तिस पर हरै, उस परमात्मा नूं हीरे नूं परां सुट दिता। कच दे वपार विच जीवन लंघ गया। ऐसा माया दे खूह विच डिग्या है। कहंदे तरला लिया कर अकाल पुरख दा, गुरु नानक दा, रख लै बचाउणा कर, रोगां विच सोगां विच मिट रहे हां। ते जे ओदी किरपा हो जावे, जाका अंतर बसै प्रभ आप, नानक ते जन सहज समात। परमात्मा तुहाडे अंदर टिका दवेगा पूरा गुरु। जिन्हां अंदर परमेश्वर टिक गया, परमात्मा दा ही रूप हो गए, सहज विच चले गए, शांति विच चले गए, ज्ञान विच चले गए, परमेश्वर दा रूप हो गए, आवागमन मिट गया। क्योंकि संसार दा मोह संसार ते जूना विच लै आउंदा है। अकाल पुरख दा, राम दा, निरंकार दा मोह ਉਹਦੇ ਚਰਨਾਂ ਵਿੱਚ ਨਿਵਾਸ ਦਿਵਾਉਂਦਾ ਹੈ। ਤੇ ਨਿਰੰਕਾਰ ਨਾਲ ਮੋਹ ਉਹਦਾ ਹੀ ਪਵੇਗਾ ਜਿਹੜਾ ਗੁਰੂ ਦੀ ਸ਼ਰਨ ਆਵੇਗਾ। ਤੇ ਜਿਸਨੇ ਪਰਮੇਸ਼ਵਰ ਪ੍ਰਾਪਤ ਕਰ ਲਿਆ, ਅਸਲ ਉਹਦਾ ਜੀਵਨ ਹੀਰੇ ਵਾਲਾ ਹੈ। ਬਾਕੀ ਤੇ ਆਪਾਂ ਸਾਰੇ ਕੌਡੀਆਂ ਦੇ ਭਾਈ ਜੀਵਨ ਨੂੰ ਗਵਾ ਰਹੇ ਹਾਂ। ਸੋ ਕਬੀਰ ਜੀ ਕਹਿੰਦੇ ਜਿੱਥੇ ਅਧਿਕਾਰੀ ਹੋਵੇ ਨਾ, ਜਿੱਥੇ ਭਾਵਨਾ ਵਾਲਾ ਹੋਵੇ, ਉੱਥੇ ਗਿਆਨ ਦੀ ਗੱਲ ਕਰ, ਉੱਥੇ ਪ੍ਰਚਾਰ ਕਰ। ਜਿੱਥੇ ਅਧਿਕਾਰੀ ਨਹੀਂ ਹੈ, ਕੇਵਲ ਪੈਸੇ ਤੇ ਤੈਨੂੰ ਖਰੀਦ ਰਿਹਾ ਹੈ, ਕਹਿੰਦੇ ਜਾਈ ਗਵਾ ਰਿਹਾ ਕੌਡੀਆਂ ਦੇ ਭਾਅ ਤੂੰ, ਇਹ ਮਹਾਨ ਗਿਆਨ, ਇਹ ਬਾਣੀ ਦਾ ਗਿਆਨ। ਸੋ ਇਸ ਗਿਆਨ ਦੀ, ਬਾਣੀ ਦੀ, ਪ੍ਰਚਾਰ ਦੀ ਕੀਮਤ ਕੋਈ ਨਹੀਂ ਹੈ, ਨਾ ਕੋਈ ਤਾਰ ਹੀ ਸਕਦਾ ਹੈ। ਹਾਂ ਜਗਿਆਸੂ ਹੈ, ਇਹਦੀ ਕੀਮਤ ਸ਼ਰਧਾ ਹੈ, ਭਾਵਨਾ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਅਗਲਾ ਜੋ ਭਗਤ ਜੀ ਦਾ ਸ਼ਲੋਕ ਹੈ, ਉਹਦੇ ਰਾਹੀਂ ਫੁਰਮਾਨ ਕਰਦੇ ਹਨ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਇੱਥੇ ਗਿਆਨ ਲਫ਼ਜ਼ ਵਰਤਿਆ ਹੈ। ਗਿਆਨ ਦਾ ਭਾਵ ਹੈ ਬੋਧ, ਇਲਮ। ਇੱਕ ਦੁਨਿਆਵੀ ਗਿਆਨ ਹੈ,
जो स्कूलों कालजां च तू पढ़दा है, जीवन जाच आ जावे, रहना सहना आ जावे, तू ज्ञान हासिल कर लिया। एक ब्रह्म का ज्ञान है, परमेश्वर का ज्ञान है। अगे लफ्ज है धर्म, त्री धातु तो बनया है, भाव सहारा, नेकी, फर्ज, मर्यादा। हुण हर धर्म के कुछ ना कुछ सिद्धांत होंदे ने, रहतनामे होंदे ने, जिहड़ा उन्हां दे अनुसार जीवन बतीत करदा है, धर्मी अखवाउंदा है। सिख जगत का जिहड़ा सिद्धांत है वो ये है, सर्ब धर्म मह श्रेष्ठ धर्म, हर को नाम जप निर्मल कर्म। कहंदे अकाल पुरख का नाम जप ते चंगे कर्म करया कर, किसी का हक ना मार, मुरदार ना खा, किसी का दिल ना दुखा, पाप ना कर, शुभ कर्म कर। जिवें बाणी चाहुंदा ना, नह बिलंब धर्मं बिलंब पापं दृढ़ंत नामं तजंत लोभं। कहंदे जे पाप कमाउण नूं मन करदा है ते ढिला पै जा, समा टल जावे ते चंगा है। ते जे पुण्य कमाउण नूं चित करदा है, किसी की सहायता करन नूं चित करदा है, चंगा कर्म करन नूं चित करदा है, ते जल्दी नाल भला कर्म कर, नाम नूं दृढ़ रख, लोभ नूं छड्डना कर। अच्छा, धर्म का यह भी मतलब हुंदा है जो विशेष गुण होवे किसी विच, जिवें फुल्लां दा गुण की है, कोमलता। सिख दा पहला जिहड़ा गुण है वो निर्माणता है, कोमलता है, दया है। धौल धर्म दया का पूत। कहंदे धर्म बाद विच पहला मां है दया, दया दा काका धर्म है। जे तेरे च दया है नहीं तो तू धर्मी नहीं है। बहादुर शाह जफर बड़ा वड्डा शायर होया है, वो कहंदा है, उनको इंसान मत समझ हो सरकशी जिसमें जफर, खाक सारी के लिए है, खाक से इंसान बना। कहंदा जेड़े सरकशी ने ना, विद्रोह करने वाले, बगावत करने वाले, जुल्म करने वाले, कहंदा वो इंसान थोड़ी ने। इंसान खाक तो बनया है, ते बनया कादे लई है? खाक सारी दे लई, भाव विनम्रता दे लई, निर्माणता दे लई। धूल नीवी रहिंदी है, नीवा हो के रह, दया दा धारनी बन के रह। तैनू मिट्टी तो बनाया है, मिट्टी बन के रह। यह भी धर्म है इंसानियत दा, दया विच रहना। सच तां पर जाणिए जां सिख सच्ची ले, दया जाने जी की किश पुन दान करे। ये दया चों ही ते आ लंगर चल रहे ने सिखां दे। लोग मर रहे ने कोविड दी मार, ऑक्सीजन दी कमी आ गई, खासकर दिल्ली दे विच ते बड़ा जोर फड़िया इस रोग ने। और सिखां विच दया है, इसे करके ऑक्सीजन दे सिलेंडर वंडी गए। बहुते लोग जिहड़े सन उन्हां इस रोग विच भी वपार कीता है। 2-4 हज़ार का सिलेंडर 25-30 हज़ार नूं वेचिया। ऑक्सीजन कॉन्सनट्रेटर जो एक्सट्रैक्ट करते हैं ऑक्सीजन, 50 हज़ार का सी, 1.5 लाख का लोग वेच रहे हैं। वो 500-700 वाला इंजैक्शन 70-70 हज़ार का विक रहा है। ये सिख नहीं ये कर्म करते, सिख दयालु ने। ये जेड़े लोग ये कर्म कर रहे ने, रब दा वास्ता जे धर्मी होने का दावा ना करियो, तुसी वड्डे ठग हो, तुसी वड्डे पापी हो। और ये कर्म करन वालियां नूं शायद 4 दिन माया सुख दे दवे, पर खुदा दे घर विच बख्शे नहीं जाणगे। जेड़े दयालु लोग ने ना, उही वंड सकते ने। हुण महाराज कबीर जी कहंदे ने, जिथे ज्ञान होवे ना,
ਉੱਥੇ ਦਇਆ ਹੁੰਦੀ ਹੈ, ਉੱਥੇ ਧਰਮ ਹੁੰਦਾ ਹੈ। ਅੱਛਾ ਤੁਸੀਂ ਦੇਖੋ, ਇਹ ਪਤਾ ਹੀ ਨਹੀਂ ਮਨੁੱਖਾ ਜਾਮਾ ਕਾਹਦੇ ਲਈ ਮਿਲਿਆ ਹੈ, ਕਿਸ ਮਨੋਰਥ ਲਈ ਮਿਲਿਆ ਹੈ। ਇਹ ਗਿਆਨ ਹੀ ਨਹੀਂ, ਤੇ ਜਦੋਂ ਇਹ ਗਿਆਨ ਨਹੀਂ ਤੇ ਫਿਰ ਬੰਦਾ ਪਾਪ ਕਮਾਉਂਦਾ ਹੈ, ਫਿਰ ਠੱਗੀ ਠੋਰੀ ਮਾਰਦਾ ਹੈ, ਫਿਰ ਦਇਆ ਤੋਂ ਦੂਰ ਹੁੰਦਾ ਹੈ। ਜਿਨ੍ਹਾਂ ਨੂੰ ਗਿਆਨ ਹੈ ਵੀ ਇਹ ਜਾਮਾ ਮਿਲਿਆ ਹੈ ਭਲਾ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਦਇਆ ਕਰਨ ਦੇ ਲਈ, ਇਹ ਜਾਮਾ ਮਿਲਿਆ ਹੈ ਇਨਸਾਨੀਅਤ ਦਾ ਗੁਣ ਧਾਰਨ ਦੇ ਲਈ, ਖਿਮਾ ਆਦਿਕ ਮਹਾਨ ਗੁਣ ਧਾਰਨ ਦੇ ਲਈ ਇਹ ਜਾਮਾ ਮਿਲਿਆ ਹੈ। ਭਈ ਪ੍ਰਾਪਤ ਮਨ ਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਫਿਰ ਹੀ ਅਸੀਂ ਧਰਮ ਕਮਾਵਾਂਗੇ। ਇਹ ਗਿਆਨ ਹੋਵੇ ਸਰੀਰ ਕਿਉਂ ਧਾਰਿਆ ਹੈ, ਸਮਝ ਆ ਗਈ ਰੱਬ ਦੀ ਪ੍ਰਾਪਤੀ ਲਈ, ਤੇ ਰੱਬ ਪ੍ਰਾਪਤ ਹੁੰਦਾ ਹੈ ਨਿਰਮਲ ਹੋਇਆ। ਤੇ ਨਿਰਮਲ ਕੌਣ ਹੈ? ਜਿਹਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਹੰਕਾਰ ਹੈ, ਨਾ ਠੱਗੀ ਹੈ, ਨਾ ਠੋਰੀ ਹੈ, ਨਾ ਮੁਰਦਾਰ ਖਾਂਦਾ ਹੈ, ਹੱਕ ਸੱਚ ਦੀ ਕਿਰਤ ਕਰਨ ਵਾਲਾ, ਰੱਬ ਦੇ ਗੀਤ ਗਾਉਣ ਵਾਲਾ। ਸੋ ਗਿਆਨੀ ਜਿਹੜਾ ਹੈ ਉਹ ਧਰਮ ਕਮਾਉਂਦਾ ਹੈ। ਤੇ ਜਿੱਥੇ ਗਿਆਨ ਨਹੀਂ ਹੈ, ਜਿੱਥੇ ਝੂਠ ਹੈ, ਜਿੱਥੇ ਕੁਫਰ ਹੈ, ਉੱਥੇ ਪਾਪ ਹੁੰਦਾ ਹੈ। ਕਿਉਂਕਿ ਜਿਸ ਹਿਰਦੇ ਅੰਦਰ ਕੁਫਰ ਹੋਵੇ ਉੱਥੇ ਰੱਬ ਟਿਕਦਾ ਨਹੀਂ ਹੈ, ਉੱਥੇ ਧਰਮ ਟਿਕਦਾ ਨਹੀਂ ਹੈ। ਝੂਠਾ ਬੰਦਾ ਕਦੇ ਵੀ ਧਰਮ ਨਹੀਂ ਕਮਾ ਸਕਦਾ, ਉਹ ਪਾਪ ਹੀ ਇਕੱਠਾ ਕਰਦਾ ਹੈ। ਸੋ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਝੂਠ ਹੈ ਉੱਥੇ ਪਾਪ ਹੈ। ਹੁਣ ਤੁਸੀਂ ਬਾਣੀ ਨੂੰ ਧਿਆਨ ਨਾਲ ਜਦੋਂ ਪੜ੍ਹੋ, ਇਹ ਜਿਹੜਾ ਝੂਠ ਲਫ਼ਜ਼ ਹੈ ਨਾ, ਇਹ ਮਿਥਿਆ ਨੂੰ ਕਹਿ ਦਿੰਦੇ, ਅਸਤਿਆ ਨੂੰ। ਔਰ ਪ੍ਰਮਾਤਮਾ ਸੱਚ ਹੈ, ਉਹਨੂੰ ਇਹ ਝੂਠ ਪਾਉਂਦਾ ਨਹੀਂ ਹੈ। ਵੈਸੇ ਭਗਵਤ ਦੇ ਵਿੱਚ, ਵਿਸ਼ਿਸ਼ਟ ਸੰਹਿਤਾ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਸਨਾਤਨ ਮਤ ਵਾਲੇ ਇਉਂ ਸਮਝਦੇ ਨੇ ਵੀ ਆਪਣੀ ਇਸਤਰੀ ਦੇ ਨਾਲ ਹਾਸਾ ਮਖੌਲ ਕਰਨ ਸਮੇਂ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ ਜਾਨ ਜਾਣ ਦੇ ਡਰ ਤੋਂ ਧਨ ਨਾਸ਼ ਹੁੰਦਾ ਵੇਖ ਕੇ ਗਊ ਬ੍ਰਾਹਮਣ ਦੇ ਹਿੱਤ ਲਈ ਜੇ ਝੂਠ ਬੋਲਣਾ ਪੈ ਜਾਵੇ ਤੇ ਪਾਪ ਨਹੀਂ ਹੈ। ਪਰ ਸਿੱਖ ਧਰਮ ਅਲਾਓ ਨਹੀਂ ਕਰਦਾ। ਸਿੱਖ ਜਗਤ ਦਾ ਸਿਧਾਂਤ ਹੈ ਵੀ ਕਿਸੇ ਵੀ ਹਾਲਤ ਵਿੱਚ ਕੁਫਰ ਨਹੀਂ ਤੋਲਣਾ, ਕਿਉਂਕਿ ਖੁਦਾ ਸੱਚ ਹੈ, ਉਹਨੂੰ ਝੂਠ ਕਦੇ ਵੀ ਨਹੀਂ ਪਾਉਂਦਾ। ਬਾਣੀ ਕਹਿੰਦੀ ਹੈ, ਝੂਠੈ ਆਵੈ ਹੈ ਠਵਰ ਨਾ ਪਾਵੈ ਹੈ, ਦੂਜੈ ਆਵਾ ਗੌਣ ਭਇਆ। ਆਵਾ ਗੌਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਝੂਠਾ ਕਦੇ ਵੀ ਦਰਗਾਹ ਵਿੱਚ ਜਗ੍ਹਾ ਨਹੀਂ ਪਾਉਂਦਾ, ਆਵਾਗਮਨ ਵਿੱਚ, ਜੂਨਾਂ ਵਿੱਚ ਪਿਆ ਰਹਿੰਦਾ ਹੈ। ਦੇ ਵਿਲ ਕਮ ਐਂਡ ਗੋ, ਉਹ ਜੂਨਾਂ ਧਾਰਦਾ ਰਹਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ ਤੇ ਸੱਚ ਦਾ ਧਾਰਨੀ ਹੋਵੇ ਤੇ ਆਵਾਗਮਨ ਮਿਟਦਾ ਹੈ। ਸੋ ਝੂਠ ਬੋਲਣਾ ਪਾਪ ਹੈ। ਪਾਪ ਕਰਮ ਹੈ, ਨੀਚ ਕਰਮ ਹੈ, ਅਸ਼ੁਭ ਕਰਮ ਹੈ, ਅਮੰਗਲ ਬੁਰਾ ਕਰਮ ਹੈ। ਅੱਛਾ, ਪਾਪ ਵੀ ਧਰਮਾਂ ਵਿੱਚ ਵੱਖੋ ਵੱਖ ਪ੍ਰਚਲਿਤ ਨੇ। ਮਹਾਭਾਰਤ ਵਿੱਚ ਕੁਝ ਪਾਪ ਲਿਖੇ ਨੇ, ਕਹਿੰਦੇ ਅਹਿੰਸਾ ਧਾਰੀ ਹੋ, ਜੇ ਹਿੰਸਾ ਕਰੇਗਾ ਤੇ ਉਹ ਪਾਪ ਹੈ। ਪਰ ਇਸਤਰੀ ਗਮਨ ਪਾਪ ਹੈ, ਝੂਠ ਬੋਲਣਾ ਪਾਪ ਹੈ, ਕੌੜਾ ਬੋਲਣਾ ਪਾਪ ਹੈ, ਚੁਗਲੀ ਕਰਨੀ ਪਾਪ ਹੈ, ਬੁਰਾ ਚਿਤਵਣਾ, ਬੁਰੀ ਸੋਚ ਵੀ ਪਾਪ ਹੈ, ਬੇਰਹਿਮੀ ਪਾਪ ਹੈ, ਪੁੰਨਦਾਨ ਕਰਕੇ ਫਲ ਦੀ ਕਾਮਨਾ ਕਰਨੀ, ਉਹ ਕਹਿੰਦੇ ਇਹ ਵੀ ਪਾਪ ਹੈ। ਅੱਛਾ, ਜਿਹੜੀ ਮਨੋ ਸਿਮਰਤੀ ਹੈ ਨਾ, ਮਨੋ ਸਿਮਰਤੀ ਦੇ ਵਿੱਚ ਵੀ ਕੁਝ ਪਾਪ ਲਿਖੇ ਨੇ। ਸ਼ਰਾਬ ਪੀਣੀ, ਚੋਰੀ ਕਰਨੀ, ਗੁਰੂ ਦੀ ਇਸਤਰੀ ਭੋਗਣੀ, ਇਹ ਸਾਰੇ ਹੀ ਪਾਪ ਨੇ। ਸਿੱਖ ਜਗਤ ਦੇ ਅੰਦਰ ਕਰਤਾਰ ਤੋਂ, ਪਰਮੇਸ਼ਵਰ ਤੋਂ ਬੇਮੁਖ ਹੋ ਜਾਣਾ ਪਾਪ ਹੈ। ਉਦਮ ਦਾ ਤਿਆਗ ਕਰ ਦੇਣਾ, ਭਾਵ ਇਬਾਦਤ ਨਾ ਕਰਨੀ, ਬੰਦਗੀ ਨਾ ਕਰਨੀ ਪਾਪ ਹੈ।
ਧੱਕੋ ਜ਼ੋਰੀ ਕਰਨੀ, ਕਿਸੇ ਨਾਲ ਧੱਕਾ ਕਰਨਾ, ਕਿਸੇ ਦਾ ਹੱਕ ਮਾਰਨਾ, ਇਹ ਪਾਪ ਹੈ। ਇੱਦਾਂ ਸਾਡੇ ਸਿਧਾਂਤ ਦੇ ਅੰਦਰ ਰਹਿਤਨਾਮਿਆਂ ਵਿੱਚ ਵੀ ਕੁਝ ਪਾਪ ਲਿਖੇ ਨੇ। ਉਹਦੇ ਬਖਸ਼ੇ ਪਰਮੇਸ਼ਵਰ ਦੇ ਕੇਸ ਕਤਲ ਕਰਨੇ, ਮੁੰਡਨ ਕਰਨਾ, ਵਿਭਚਾਰ ਕਰਨਾ, ਤਮਾਕੂ ਦਾ ਸੇਵਨ ਕਰਨਾ, ਕੁੱਠਾ ਖਾਣਾ, ਇਹ ਸਾਰੇ ਪਾਪ ਲਿਖੇ ਹੋਏ ਨੇ। ਇੱਦਾਂ ਹੀ ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ ਨਾ, ਉੱਥੇ ਵੀ ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭ ਰਸ, ਇਹ ਸਾਰੇ ਪਾਪ ਲਿਖੇ ਹੋਏ ਨੇ। ਸੋ ਕਬੀਰ ਜੀ ਮਹਾਰਾਜ ਕਹਿੰਦੇ ਜਿੱਥੇ ਝੂਠ ਹੈ ਉੱਥੇ ਪਾਪ ਹੈ, ਜਿੱਥੇ ਸੱਚ ਹੈ ਉੱਥੇ ਧਰਮ ਹੈ, ਉੱਥੇ ਪਰਮੇਸ਼ਵਰ ਹੈ। ਸੁਣ ਸੁਣ ਜੀਵੋ ਮਨ ਇਹੋ ਬਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ। ਜੇ ਚਾਹੁੰਦਾ ਹੈ ਪਾਪ ਦਾ ਖੰਡਨ ਹੋਵੇ ਤੇ ਕਹਿੰਦੇ ਪ੍ਰਮਾਤਮਾ ਦੇ ਗੀਤ ਗਾਇਆ ਕਰ। ਅੱਗੇ ਮਹਾਰਾਜ ਕਬੀਰ ਜੀ ਕਹਿੰਦੇ ਨੇ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਲੋਭ ਕੀ ਹੈ? ਲਾਲਚ, ਦੂਸਰੇ ਦਾ ਪਦਾਰਥ ਲੈਣ ਦੀ ਇੱਛਾ, ਹਿਰਸ, ਕਿਸੇ ਸ਼ੈ ਦੇ ਲੈਣ ਦੀ ਇੰਨੀ ਤੀਵਰ ਇੱਛਾ ਆ ਜਾਣੀ, ਇਹ ਸਾਡੇ ਲਈ ਨੁਕਸਾਨਦਾਇਕ ਹੈ ਜਾਂ ਫਾਇਦੇਦਾਇਕ ਹੈ, ਇਹ ਵੀ ਸੋਚ ਮਿਟ ਜਾਣੀ। ਜਿਵੇਂ ਕੁੱਤਾ ਹਲਕ ਜਾਂਦਾ ਨਾ ਲੱਭ ਦੇ ਵਿੱਚ, ਇਉਂ ਬੰਦੇ ਵੀ ਕਈ ਆਪਾਂ ਹਲਕੇ ਵੇਖੇ ਨੇ। ਜਾਇਦਾਦ ਲਈ ਪਿਤਾ ਦਾ ਹੀ ਕਤਲ, ਪਰਿਵਾਰ ਦਾ ਹੀ ਗਲਾ ਘੁੱਟਣ ਲਈ ਤਿਆਰ ਹੁੰਦੇ ਨੇ, ਭਰਾਵਾਂ ਦੇ ਹੀ ਸਿਰ ਮਿੱਧ ਕੇ ਤਖਤ ਮੱਲਦੇ ਨੇ। ਇਹ ਹਲਕਾ ਹੈ ਪਦਾਰਥਾਂ ਦੀ ਪ੍ਰਾਪਤੀ ਦਾ। ਹੁਣ ਕਹਿੰਦੇ ਜਿੱਥੇ ਲੋਭ ਹੈ ਉੱਥੇ ਕਾਲ ਹੈ। ਕਾਲ ਦਾ ਭਾਵ ਸਮਾਂ ਵੀ ਹੈ, ਕਾਲ ਦਾ ਭਾਵ ਆਵਾਗਮਨ ਵੀ ਹੈ, ਜਨਮਾਂ ਵਿੱਚ ਆਉਣਾ ਜਾਣਾ ਵੀ ਹੈ। ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ ਮੂਠੇ ਸਦਾ ਆਵਾਗਮਨ, ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ, ਮਿਟਤ ਜੋਨੀ ਭਵਨ। ਕਹਿੰਦੇ ਜਿਹੜਾ ਲੋਭੀ ਹੈ ਨਾ, ਕਾਮਨਾ ਵਿੱਚ ਰਹਿੰਦਾ ਸਭ ਕੁਝ ਮੇਰੇ ਕੋਲ ਹੀ ਹੋਵੇ, ਠੱਗਿਆ ਰਹਿੰਦਾ ਇਹਨਾਂ ਵਕਾਰਾਂ ਵਿੱਚ, ਕਹਿੰਦੇ ਉਹ ਕਾਲ ਦੇ ਮੂੰਹ ਵਿੱਚ ਹੈ, ਉਹ ਆਵਾਗਮਨ ਵਿੱਚ ਪਿਆ ਰਹਿੰਦਾ। ਕਿਉਂਕਿ ਜਦੋਂ ਮੌਤ ਆਉਂਦੀ ਹੈ ਇੱਛਾ ਰਹਿ ਜਾਂਦੀ ਹੈ, ਲੋਭ ਹੁੰਦਾ ਹੈ ਇਹ ਵੀ ਪ੍ਰਾਪਤ ਕਰਨਾ ਸੀ, ਇਹ ਵੀ ਕਰਨਾ ਸੀ, ਹੁੰਦਾ ਉਲਟਾ ਹੈ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਉਹ ਇੱਛਾਵਾਂ ਰਹਿ ਗਈਆਂ, ਲੋਭ ਦੀ ਪੂਰਤੀ ਨਾ ਹੋਈ। ਮਹਾਰਾਜ ਕਹਿੰਦੇ ਸਦਾ ਆਵਾਗਮਨ, ਉਹ ਫਿਰ ਜਨਮ ਮਿਲ ਜਾਂਦਾ ਸੰਸਾਰ ਕਮਾਉਣ ਲਈ, ਫਿਰ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਮਰਦਾ ਹੈ ਫਿਰ ਜਨਮ ਮਿਲ ਜਾਂਦਾ ਹੈ, ਇਉਂ ਵੱਖ-ਵੱਖ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਹੋ ਜਾ, ਫਿਰ ਹੀ ਮਿਟਤ ਜੋਨੀ ਭਵਨ, ਫਿਰ ਹੀ ਆਵਾਗਮਨ ਮਿਟਦਾ ਹੈ। ਸੋ ਕਬੀਰ ਜੀ ਮਹਾਰਾਜ ਕਹਿੰਦੇ ਜਿੱਥੇ ਲੋਭ ਹੈ ਉੱਥੇ ਕਾਲ ਹੈ, ਉੱਥੇ ਮੌਤ ਹੈ, ਉੱਥੇ ਆਵਾਗਮਨ ਹੈ। ਹੁਣ ਜਹਾਂ ਖਿਮਾ ਤਹ ਆਪ, ਤੇ ਜਿੱਥੇ ਖਿਮਾ ਦਾ ਸੁਭਾਅ ਹੈ, ਬਖਸ਼ਿੰਦ ਸੁਭਾਅ ਹੈ, ਉੱਥੇ ਪਰਮਾਤਮਾ ਵਾਸ ਕਰਦਾ ਹੈ, ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਹੈ। ਇੱਥੇ ਜਿਹੜੇ ਲਫ਼ਜ਼ ਵਰਤੇ ਨੇ ਨਾ ਮਹਾਰਾਜ ਕਬੀਰ ਜੀ ਨੇ, ਖਿਮਾ, ਕਸ਼ਮਾ, ਸ਼ਿਮਾ ਦਾ ਮਤਲਬ ਹੈ ਬਖਸ਼ਿਸ਼, ਬਰਦਾਸ਼ਤ ਕਰ ਲੈਣਾ, ਮੁਆਫੀ ਦੇ ਦੇਣੀ। ਕਹਿੰਦੇ ਜਿਹੜਾ ਖਿਮਾ ਦਾ ਧਾਰਨੀ ਹੈ ਨਾ, ਜਿਹੜਾ ਮੁਆਫ ਕਰਨ ਵਾਲਾ ਸੁਭਾਅ ਬਣਾ ਲੈਂਦਾ ਹੈ, ਦਿਆਲੂ ਸੁਭਾਅ ਬਣਾ ਲੈਂਦਾ ਹੈ, ਸਮਝ ਲਓ ਉਹ ਰੱਬ ਦਾ ਰੂਪ ਹੈ, ਪਰਮਾਤਮਾ ਉਹਦੇ ਅੰਦਰ ਪ੍ਰਗਟ ਹੈ। ਖਿਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਕਹਿੰਦੇ ਜਿਹਦੇ ਅੰਦਰ ਖਿਮਾ ਹੈ ਉਹਨੂੰ ਵਿਕਾਰਾਂ ਰੂਪੀ ਰੋਗ ਛੂ ਨਹੀਂ ਸਕਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜੇ ਨਹੀਂ ਆਉਂਦੇ। ਨਾ ਜਮ ਦੋਖੰ, ਨਾ ਉਹ ਜਮਾਂ ਦੀ ਮਾਰ ਸਹਾਰਦਾ ਹੈ, ਨਾ ਉਹ ਜੂਨਾ ਵਿਚਲਾ ਕਸ਼ਟ ਸਹਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਡਿਜ਼ੀਜ਼ does not afflict him, ਉਹਨੂੰ ਰੋਗ ਸੋਗ ਤੰਗ ਨਹੀਂ ਕਰ ਸਕਦੇ।
नॉर डज द पेन ऑफ डेथ, ना ही उन्होंने कोई मौत की पीड़ा, कोई मौत का भै, कोई मौत का डर है। सो बाणी ये गल समझाउंदी है, मुक्त भये प्रभ रूप ना रेखं, वो मुक्त हो गए जिसकी रूप रेखा ही कोई नहीं है, उस परमेश्वर विच अभेद हो गए। जिथे खिमा है, खिमा वाला मुक्त हुंदा है, जिथे झूठ है कहंदे जी उथे पाप है। ते जिथे कबीर जी महाराज कहंदे ने सिखा, जिस अंतशकरण दे अंदर, जिस मन दे अंदर लोभ है उथे काल होवेगा, जिथे ज्ञान है उथे धर्म होवेगा, उथे सोझी होवेगी जीवन नूं किवें सफलियां करना है परमात्मा की प्राप्ति करके। अगले श्लोक विच कबीर जी महाराज हुक्म करते ने, कबीरा कबीर माया तजीता क्या पया, जो मान तजया नहीं जाए, मान मुनि मुनिवर गले, मान सबै को खाए। कबीर जी महाराज कहंदे ने, माया दा त्याग ते कर दिता, पर मैं दा त्याग ना कीता, हंकार ना छड्डिया। माया की है? भरम भुलेवा, अनक माया जाकी लखी ना जाए, ये जो रचना है। माया की है? माता, आप पिता आप माया। माया की है? धन दौलत काहे गर्भस मूड़े माया, पैसा। माया की है? संसार दा मोह। जिवें गुरु अमरदास कहंदे ने ना, यह माया जित हर विसरै, मोह उपजै भाओ दूजा लाया। परमात्मा ते तेरे विचाले कोई भी कंध है ना, पैसा है, तख्त है, ताज है, परिवार है, ये सब माया है। कई माया त्याग दिंदे ने, माता पिता नूं छड्ड दिंदे ने, गृहस्थ छड्डता, घर वाली बच्चे छड्ड दिते, घर भी छड्ड दिता, परमात्मा की प्राप्ति लई निकल तुरे ने। हुण कबीर जी कहंदे ने, तज ते दिता है तुसी माया नूं, त्याग दिता है, छड्ड दिता है, मान नहीं छड्डिया, गरूर नहीं छड्डिया, अभिमान नहीं छड्डिया। एडी पंड हंकार दी चुकी फिरदा है, जिथे कोई गृहस्थी मिल जे ना उथे तर्क साधदा है। लै तुसीं लोक ते मोह माया च फसे हो, त्यागी ते असल मैं आ। मैं परिवार छड्ड दिता, मैं घर छड्ड दिता, मैं पैसा छड्ड दिता, तख्त नूं ठोकर मार दिती। ठीक है भाई, तू माया का त्याग कर दिता है, पर जेड़ा कहना ना मैं छड्ड दिता, असल ये मैं छड्डी हुंदी ते हुण नूं तू विच परमात्मा विच भेद हो जांदा। हंकार दा किणका, जितने चाहे तेरे कोल शुभ गुण ने, तेरा बेड़ा भरिया है गुणा नाल, जीवन दे बेड़े नूं ये हंकार दा जिहड़ा किणका है, छेक है, डबो दिंदा है। कहंदे मान मोह मेर तेर विवर्जित, एहो मार्ग खंडे धार, कहो नानक तिन भवजल तरियले, प्रभ किरपा संत संगार। कहंदे मान छड्डना, मेर तेर छड्डनी इउं है जिवें खंडे दी धार ते तुरना है। ये मैं बड़ी जल्दी साडे विच आउंदी है। थोड़ा रंचक मात्र भी कोई कर्म साध लईए ना ते आने मैं कीता है, मैं करन वाला, मेरे वर्गा दूजा कोई नहीं। कहंदे मैं छड्डनी बड़ी औखी, जिन्ना चिर मैं तू नहीं मिलेगा, वो नहीं मिलेगा, परमात्मा नहीं मिलेगा। जेड़े मन दे भांडे च हंकार है उत्थे परमेश्वर नहीं टिकता। ये ते तू दी रट लाउणी पैंदी है। महाराज कहंदे ने भवजल ओही तरेगा जेड़ा साधुआं दी संगत विच मैं मिटा दवेगा। पर इत्थे बहुते मान ही चुकी फिरदे ने, मैं घर छड्डिया, मैं माया छड्डी, मैं परिवार छड्डिया, मैं विकार छड्डे। कहंदे पर मैं छड्डी ना गई तेथों, फिर ये सारा कुछ त्यागया, किसे काम ना आया। कबीर जी कहंदे मैं कुछ भी नहीं छड्डिया, ना गृहस्थी छड्डिया, रहिंदा भी घर विच आ, पर मैं छड्ड दित्ती है, हंकार छड्ड दिता है जो डबाउण वाला है।
ਕਹਿੰਦੇ ਜਿਹੜਾ ਮੈਂ ਦੇ ਨਸ਼ੇ ਵਿੱਚ, ਤਾਕਤ ਦੇ ਨਸ਼ੇ 'ਚ ਚੂਰ ਹੈ ਨਾ, ਉਹ ਤੇ ਆਪਣੇ ਕੋਲੋਂ ਹੀ ਇਨਸਾਨੀਅਤ ਦੇ ਮਹਾਨ ਗੁਣ, ਨਿਰਮਾਈ, ਨਿਰਮਾਣਤਾ, ਦਇਆ ਕੋਲੋਂ ਹੀ ਬੜਾ ਦੂਰ ਹੈ। ਰੱਬ ਦੇ ਨੇੜੇ ਤੇ ਉਹ ਜਾ ਹੀ ਨਹੀਂ ਸਕਦਾ। ਉਹ ਇੱਕ ਸ਼ਾਇਰ ਕਹਿੰਦਾ ਖੁਦਾ ਤੋਂ ਏਕ ਤਰਫ खुद से भी कोसों दूर होता है बशर जिस वक्त ताकत के नशे में चूर होता है। कहते जदों तेनू मैं दा ताकत दा नशा है ना, तू ते अपने कोलों ही दूर है, रब दे नेड़े तू की होना है। सो मान ने महाराज कबीर जी कहते वड्डे वड्डियां दे जीवन नू खत्म कर दिता। आखण लगे मान मुनि मुनिवर गले मान सबै को खाए। वड्डे वड्डे ऋषि मुनि हंकार दे विच गल गए। मुन कहंदे ने जिसने अपने मन नू काबू च कर लिया, जेदा मन दुखां विच व्याकुल नहीं हुंदा। मुन जन दा मतलब है महापुरुष, आदमी, परमेश्वर दा सेवक। मुनिवर मुनियां चों श्रेष्ठ मुनि, महापुरुषां चों वड्डे ब्रह्मवेते महात्मा। गले दा भाव है सड़ना, गलना जां निगले जाना। कबीर जी कहंदे मान रूपी औगण ने बड़े बड़े मुनि जन निगल लए। उन्हां दे महान गुण सत संतोख दया धर्म निगल लए। बड़े बड़े अहंकारिया नानक गर्भ गले। हंकार ने उन्होंने गाल के सुट दिता, मिटा के रख दिता। बड़ा मान करते सी त्याग दा, असीं त्याग कीता है। कहंदे इस मान ने किसे दा लिहाज नहीं कीता। वड्डियां वड्डियां दा खुरा खोज मिटा दिता। जीवन अध्यात्मक पक्षों उन्हां दा खत्म करके सुट दिता। सो हंकार जिहड़ा है बड़ियां नूं खा रहा है, बड़ियां नूं खा चुकिया है ते बड़ियां नूं खावेगा। कहंदे अनक तपस्या करे अहंकार, नरक सुरग फिर फिर अवतार। कईयां नूं तपस्या दा हंकार हो जांदा, मैं घर छड्ड के जंगली बह गया, बड़ी तपस्या कीती। कहंदे तपस्या वालियां नूं भी हंकार ने पकड़ लिया। हुण होवेगा कि नरक सुरग फिर अवतार। नरकां सुरगां विच आउंदे जांदे ही रहणगे, जूनां विच आउंदे जांदे ही रहणगे। दे शैल बी रीइनकारनेटेड इनटू हेवन एंड हेल। कदे नरक कदे स्वर्ग, कदे पाप कदे पुण्य। कर कृपा जिसका हृदय गरीबी बसावै, नानक इहा मुक्त आगै सुख पावै। जेदे अंदर निर्माणता है, कहंदे वो इत्थे भी मुक्त है ते परलोक विच भी उहदा अदब है, सत्कार है। सो हंकार तो बचो। बचना मुश्किल है, गुरु साहब अगे बेनती करो, वो कृपा करके रखण। अगे महाराज श्लोक विच कबीर जी कहंदे ने, कबीर साचा सतगुर मैं मिलिया, शब्द जो बाह्या एक। कबीर जी इत्थे लफ्ज वरतदे ने साचा, भाव जो सत्य है, झूठ दा त्यागी है, नित्य रहन वाला है। सतगुर जो सत्य है गुरु, जो श्रेष्ठ है गुरु, जो तिन्ना समयां विच मौजूद है गुरु। जेड़ा गुरु अपने मन नूं काबू विच करके रखदा है, जेदा मन दे उत्ते काबू है, बचनां दे उत्ते काबू है, इंद्रियां दे उत्ते काबू है, जो सत्य बचन बोलदा है। जिन्हां चों सिरमौर ने सब ते वड्डा सतगुरु नानक जिन कल राखी मेरी। वड्डियों वड्डे गुरु नानक साहिब पातशाह, खुदा दे रूप आप नारायण कलाधार जग में परवरियो, खुद खुदा गुरु नानक साहिब। खैर हुण कबीर जी दे गुरु कौन सन? रामानंद जी महाराज। कबीर जी कहंदे ने मैनूं गुरु मिलिया। उस गुरु ने ना बाह्या तो भाव है मारिया। की मारिया? कहंदे शब्द दा तीर, सिक्ख्या दा तीर मारिया। गुफ्तगू कीती मेरे नाल, सिक्ख्या दित्ती मैनूं, आवाज़ दित्ती मैनूं, उपदेश दिता मैनूं। हुण ये जिहड़ा उपदेश है
गुरु ना दवे ते मुक्ति नहीं मिलती। अनेक जूनी भरम आवे बिन सतगुर मुक्त ना पाए। फिर मुक्त पाए लाग चरणी सतगुर शब्द सुनाए। कहते जिन्ना चिर गुरु उपदेश ना दवे मुक्ति नहीं मिलती, निजात नहीं मिलती, रोग सोग नहीं मिटते, 84 का गेड़ नहीं मिटता, नरकां सुरगां विच आवागमन नहीं मिटाया जा सकता। कहते बिन शब्द सब जग बहुराना, बिरथा जन्म गवाया, शब्दे ही नाव उपजै, शब्दे मेल मिलाया। गुरु दे उपदेश रूपी तीर लगे तो बिना कहते दुनिया बौरी हुई फिरदी है। शब्द तो ही परमात्मा का नाम अंदर प्रगट हुंदा है ते शब्द का अभ्यास करने वाला ही परमात्मा ताईं पहुंचदा है। कबीर जी कहते शब्द का तीर गुरु ने छड्ड दिता, खिच के मारिया है। उहदे बाद की हुंदा है, कहते ने लागत ही पोए मिल गया, परिया कलेजे शेक। शब्द का तीर चलदियां ही मैं गुरु दे चरनां विच डिग पिया, मेरा अहंकार डिग पिया, भाव मिट्टी विच मिल गया। हुण इत्थे लफ्ज वरतिया है लागत। जदों तीर लग्या ना शब्द का, भोए का मतलब है पृथ्वी जमीन निर्माणता, ते भोए का मालक कौन है? भूमा परमेश्वर। कहते परमात्मा के चरनां विच मैं डिग पिया ते मेरा जिहड़ा कलेजा सी ना, वैसे तो लीवर नूं कहंदे ने, जिगर नूं कहंदे ने, आपां कवियां दे तौर ते ये लफ्ज छाती लई भी वरत लैने आ, मन लई भी वरत लैने आ। इत्थे भाव है कलेजे तो हंकार, परशियन विच जिगर कह दिंदे ने। हुण कबीर जी कहंदे ने हंकार रूपी कलेजा शब्द दे तीर नाल विन्निया गया ते मैं परमेश्वर दे भूए दे मालक दे भूमे दे चरनां विच डिग पिया। भाव परमात्मा दा रूप हो गया मैं। धावत जोन जन्म भ्रम थाके, अब दुख कर हम हारियो रे। कह कबीर गुर मिलत महारस, प्रेम भगत निस्तारियो रे। कहते आवागमन विच थक गया सा, जूना विच भरम दा थक गया सा, दुखां विच मैं गिर गया सा। गुरु मिले ने, ऐसा रस आया है, उपदेश हासिल किया, भगती की, निस्तारियो रे। गुरु ने तार दिता है, रोगां सोगां तो उपराम कर दिता है। 84 लाख जिहड़ा ये गेड़ सी ना, ये भी मेरा मिटा दिता है। सो पूरे गुरु ही मुक्ति दाते ने, गुरु नानक साहिब मुक्ति बख्शण वाले ने। हुण अगे महाराज कबीर जी कहंदे ने, कबीर साचा सतगुर क्या करै, जो सिखा मह चूक। हुण कुतर्क करने वाले भी बड़े ने। अच्छा जी, पूरा गुरु तार दिंदा है, गुरु नानक साहिब तार दिंदे ने, गुरु हरकृष्ण गुरु ग्रंथ साहिब महाराज मुक्ति दिंदे ने। हुण महाराज दे दर ते बड़े लोग आउंदे ने, इन्हां सारियां दे ते रोग सोग मिटे नहीं, इन्हां नूं ते हजे मुक्ति मिले नहीं। कबीर जी कहंदे इहदे विच गुरु दा कसूर नहीं है, ऊणता ही तेरे विच है। हुण सच्चा सतगुरु की कर सकदा है? वो तो उपदेश दवेगा ना। हुण जे तू उपदेश कमावे ही ना, इत्थे है सिखा, सिख दा बहु वचन है, सिखियक, जो अपने मुरशद के अनुसार चले। ते जे तुसी आखो भी आ सिख नहीं हजे मुक्त होया, ऐदे रोग सोग दुख नहीं मिटे, गुरु फिर सच्चा किवें होया, सतगुरु किवें होया, पूरा किवें होया? कबीर जी कहंदे गुरु विच कोई कसूर नहीं है, गुरु पूरा ही है। सिखां दे विच चूक है, उकाई है, खता है, भुल है। हुण सिख गुरु दा उपदेश धारदे ही नहीं। एक उदाहरण दिती, दृष्टांत दिता उस महापुरुष ने। वो आखण लगा, अंधे एक ना लागई, ज्यों बास बजाइए फूक। हुण देखो, जो मनुख अहंकार विच अन्ना है, वो गुरु दी
ਸਿੱਖਿਆ ਤੇ ਨਹੀਂ ਚੱਲ ਸਕੇਗਾ, ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰ ਸਕੇਗਾ। ਉਹ ਤੇ ਇਦਾਂ ਹੈ, ਗੁਰਦੁਆਰੇ ਤੇ ਆਉਂਦਾ ਹੈ, ਗੁਰੂ ਦਾ ਉਪਦੇਸ਼ ਸੁਣਦਾ ਹੈ, ਇੱਕ ਕੰਨ ਸੁਣਿਆ ਦੂਜੇ ਚੋਂ ਕੱਢ ਦਿੰਦਾ ਹੈ, ਜੀਵਨ ਨਹੀਂ ਢਾਲਦਾ ਸ਼ਬਦ ਅਨੁਸਾਰ। ਇਹ ਤੇ ਉਹ ਗੱਲ ਹੋਈ, ਕਬੀਰ ਜੀ ਕਹਿੰਦੇ ਜਿਵੇਂ ਵਾਂਸ 'ਚ ਇੱਕ ਬੰਨੇ ਫੂਕ ਮਾਰੀਏ ਤੇ ਦੂਜੇ ਬੰਨੇ ਨਿਕਲ ਜਾਂਦੀ ਹੈ ਨਾ। ਹੁਣ ਇਹਦੇ ਵਿੱਚ ਕਹਿੰਦੇ ਗੁਰੂ ਦਾ ਕੀ ਕਸੂਰ ਹੈ? ਇਸ ਅੰਨੇ ਨੂੰ ਉਪਦੇਸ਼ ਰੂਪੀ ਬਾਣ ਲੱਗਦਾ ਹੀ ਨਹੀਂ ਹੈ। ਜਿਵੇਂ ਵਾਂਸ ਚੋਂ ਫੂਕ ਲੰਘ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਹਿਰਦੇ ਵਿੱਚ ਉਪਦੇਸ਼ ਟਿਕਦਾ ਨਹੀਂ ਹੈ, ਦੂਜੇ ਬੰਨਿਓਂ ਲੰਘ ਜਾਂਦਾ ਹੈ, ਸ਼ਬਦ ਟਿਕਦਾ ਨਹੀਂ ਹੈ। ਤੇ ਹੁਣ ਜਿਹੜਾ ਵਾਂਸ ਹੈ ਨਾ, ਵਾਂਸ ਨੂੰ ਹੰਕਾਰ ਬੜਾ ਹੁੰਦਾ ਵੀ ਮੈਂ ਬੜਾ ਉੱਚਾ ਲੰਮਾ ਹੈ, ਉਹ ਝੁਕਦਾ ਨਹੀਂ ਹੈ। ਨਾ ਝੁਕਣ ਕਾਰਨ, ਅਹੰਕਾਰ ਵਿੱਚ ਚੂਰ ਹੋਣ ਕਾਰਨ ਇਹ ਪੂਰਾ ਸਿੱਖ ਸਾਜੀ ਨਾ ਸਕਿਆ। ਇਹ ਗਿਆਨ ਦੇ ਨੇਤਰਾਂ ਵੱਲੋਂ ਅੰਨਾ ਹੀ ਰਿਹਾ, ਇਹ ਹੰਕਾਰ ਦੇ ਵਿੱਚ ਵਾਂਸ ਵਾਂਗੂ ਖਲੋਤਾ ਹੀ ਰਿਹਾ। ਤੇ ਵੇਖੋ ਕੀਮਤ ਨੀਵੇਂ ਦੀ ਹੁੰਦੀ ਹੈ, ਉੱਚੇ ਦੀ ਨਹੀਂ। ਕਬੀਰ ਜੀ ਨੇ ਇੱਕ ਜਗ੍ਹਾ ਕਿਹਾ ਸੀ, ਕਬੀਰ ਬਾਂਸ ਵਡਾਈ ਬੂਢੇ ਆਇਓ ਮਤ ਡੂਬਾ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦਾ ਇੱਕ ਸੁਭਾਅ ਹੈ, ਨਿਰਮਾਣਤਾ 'ਚ ਰਹਿੰਦਾ, ਨੀਵਾਂ ਹੈ, ਛੋਟੀ ਜੀ ਉਹਦੀ ਹਾਈਟ ਹੈ। ਉਹਦੇ ਇਰਦ ਗਿਰਦ ਜਿੰਨੇ ਵੀ ਰੁੱਖ ਨੇ ਨਾ, ਜਿਹੜੇ ਉਹਦੀ ਸੰਗਤ ਪ੍ਰਵਾਨ ਕਰਨ, ਨੀਵੇਂ ਹੋ ਜਾਣ, ਉਹ ਚੰਦਨੀ ਹੋ ਜਾਂਦੇ ਨੇ। ਜਦੋਂ ਹਵਾ ਆਉਂਦੀ ਹੈ, ਖੁਸ਼ਬੋਈ ਉਹਦੀ ਫੈਲਦੀ ਹੈ, ਉਹ ਜਿਸ ਰੁੱਖ ਨੂੰ ਖੁਸ਼ਬੋਈ ਛੂੰਹਦੀ ਹੈ, ਲੰਬੇਰੇ ਸਮੇਂ ਤੋਂ ਬਾਅਦ ਟਕਰਾ ਕੇ ਚੰਦਨ ਦੀ ਖੁਸ਼ਬੋਈ ਨਾਲ ਉਹ ਚੰਦਨ ਹੋ ਜਾਂਦਾ ਹੈ। ਵਾਂਸ ਇੱਕੋ ਇੱਕ ਐਸਾ ਰੁੱਖ ਹੈ ਜੋ ਚੰਦਨ ਦੀ ਸੰਗਤ ਵਿੱਚ ਵੀ ਉੱਗਿਆ ਹੋਵੇ ਤੇ ਚੰਦਨ ਨਹੀਂ ਬਣਦਾ। ਹੰਕਾਰ ਬੜਾ ਹੈ ਉੱਚੇ ਲੰਮੇ ਹੋਣ ਦਾ। ਇਦਾਂ ਹੀ ਮਨਮੁਖ ਹੁੰਦੇ ਨੇ। ਅੱਛਾ, ਚੁੰਚ ਗਿਆਨੀ ਤੇ ਬਣ ਜਾਂਦੇ ਨੇ ਗੁਰੂ ਦੇ ਘਰ ਆ ਕੇ। ਦੋ ਚਾਰ ਗੱਲਾਂ ਕਥਾਵਾਚਕਾਂ ਤੋਂ ਸੁਣੀਆਂ, ਗੁਰੂ ਕੇ ਵਜ਼ੀਰ ਕੋਲੋਂ ਸੁਣੀਆਂ, ਸਿਰ ਡਾਉਣਾ ਤੇ ਸਿੱਖ ਗਏ, ਜੀਵਨ 'ਚ ਨਹੀਂ ਤਾਰਿਆ ਬਾਣੀ ਨੂੰ, ਜੀਵਨ ਵਿੱਚ ਨਹੀਂ ਢਾਲਿਆ, ਨਾ ਅੰਮ੍ਰਿਤ ਵੇਲਾ, ਨਾ ਬਾਣੀ, ਨਾ ਬਾਣਾ, ਨਾ ਕੋਈ ਸਿਧਾਂਤ ਧਾਰਿਆ ਹੈ। ਵਾਂਸ ਵਰਗੇ ਨੇ, ਗੁਰੂ ਘਰ ਨਿਰਮਾਣਤਾ ਨਹੀਂ ਰੱਖੀ, ਆਏ ਜ਼ਰੂਰ ਨੇ। ਚੰਦਨ ਨੀਵਾਂ ਹੁੰਦਾ ਹੈ ਤਾਂ ਹੀ ਅਮੁੱਲਾ ਹੈ, ਗੁਰਮੁਖ ਨੀਵੇਂ ਹੁੰਦੇ ਨੇ ਤਾਂ ਹੀ ਗੁਣਾਂ ਦੇ ਧਾਰਨੀ ਹੁੰਦੇ ਨੇ। ਕਹਿੰਦੇ ਸਤਿਗੁਰ ਪਿਆਰਾ ਨਾ ਲੱਗਈ, ਮਨ ਹਠ ਆਵੈ ਜਾਏ, ਜੇ ਇੱਕ ਵਿਖ ਅਗਾਹਾ ਭਰੇ, ਤਾਂ 10 ਵਿਖਾਂ ਪਿਛਾਹਾ ਜਾਏ। ਕਹਿੰਦੇ ਬੱਧੋ ਰੁੱਦੀ ਦੇ ਗੁਰੂ ਘਰ ਆਉਂਦੇ ਨੇ, ਕੋਈ ਲੰਗਰ ਛਕਣ ਆ ਜਾਂਦਾ ਹੈ, ਕੋਈ ਸਰੋਪੇ ਲੈਣ ਆ ਜਾਂਦਾ ਹੈ, ਕੋਈ ਮਾਣ ਵਡਿਆਈ ਲੈਣ ਆ ਜਾਂਦਾ ਹੈ। ਭਾਵਨਾ ਨਹੀਂ ਹੈ, ਨਿਰਮਾਣਤਾ ਨਹੀਂ ਹੈ। ਪ੍ਰਧਾਨਗੀ ਕਰਨ ਆ ਜਾਂਦਾ ਹੈ, ਕੋਈ ਦਬਕੇ ਮਾਰਨ ਆ ਜਾਂਦਾ ਹੈ ਗੁਰੂ ਕੇ ਵਜ਼ੀਰਾਂ ਨੂੰ, ਕੋਈ ਭਾਂਡੇ ਚੁੱਕਣ ਆ ਜਾਂਦਾ ਹੈ। ਜਿਹੜੇ ਨਿਰਮਾਣ ਨੇ ਗੁਰੂ ਕੇ ਸਿੱਖ, ਜੋ ਕੇਵਲ ਗੁਰੂ ਦੀ ਪ੍ਰਾਪਤੀ ਲਈ ਆਉਂਦੇ ਨੇ, ਉਹ ਮੁਕਤ ਨੇ। ਜੋ ਦਵੈਸ਼ ਲਈ ਆਉਂਦੇ ਨੇ, ਜਿਨ੍ਹਾਂ ਨੂੰ ਗੁਰੂ ਪਿਆਰਾ ਨਹੀਂ ਲੱਗਦਾ, ਜੋ ਮਨਹਠ ਕਰਮੀ ਕਰਦੇ ਨੇ, ਗੁਰੂ ਦੀ ਮੱਤ ਤੇ ਨਹੀਂ ਚੱਲਦੇ, ਮਨ ਦੀ ਮੱਤ ਤੇ ਹੀ ਚੱਲਦੇ ਨੇ। ਇਉਂ ਸਮਝ ਲਓ ਇੱਕ ਕਦਮ ਅੱਗੇ ਰੱਖਦੇ ਨੇ 10 ਪਿੱਛੇ। ਭਾਵ ਇੱਕ ਕਰਮ ਬਾਣੀ ਸੁਣ ਕੇ ਚੰਗਾ ਕਰ ਲੈਂਦੇ ਨੇ, 10 ਫਿਰ ਮੰਦੇ ਕਰਦੇ ਨੇ। ਐਸੇ ਜਿਹੜੇ ਲੋਕ ਨੇ ਸਤਿਗੁਰ ਕੀ ਸ਼ਰਨ ਵਿੱਚ ਨਹੀਂ ਆਏ। ਸ਼ਰਨ ਉਹਨਾਂ ਨੇ ਆਪਣੇ ਮਨ ਦੀ ਵਿੱਚ ਹੀ ਰਹਿਣਾ ਕੀਤਾ, ਮਨਮਤ ਵਿੱਚ ਹੀ ਲੱਗੇ ਰਹੇ। ਕਹਿੰਦੇ ਇਹਨਾਂ ਨੂੰ ਕੁਝ ਨਹੀਂ ਮਿਲੇਗਾ, ਇਹ ਵਾਂਸ ਨੇ, ਇਹ ਚੰਦਨ ਦੀ ਤਰ੍ਹਾਂ ਅਮੁੱਲੇ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲ ਹੈ ਸਤਿਗੁਰ ਭਾਏ, ਆਪ ਗਵਾਏ ਸਤਿਗੁਰੂ ਨੋ ਮਿਲੇ, ਸਹਜੇ ਰਹਿ ਸਮਾਏ। ਜੇ ਗੁਰੂ ਘਰ ਆਉਣਾ ਹੈ, ਚਾਕਰ ਬਣ ਕੇ ਆ, ਨੌਕਰ ਬਣ ਕੇ ਆ, ਨਿਰਮਾਣਤਾ ਵਿੱਚ ਆ ਤੇ ਸਤਿਗੁਰ ਦੇ ਹੁਕਮ ਵਿੱਚ ਚੱਲ। ਆਪਾ ਗਵਾ ਦੇ, ਆਪਾ ਛੱਡ ਦੇ, ਮੈਂ ਛੱਡ ਦੇ, ਫਿਰ ਕੀ ਹੋਵੇਗਾ? ਸਹਜੇ ਰਹਿ ਸਮਾਏ, ਤੂੰ ਪਰਮੇਸ਼ਵਰ ਵਿੱਚ, ਗਿਆਨ ਵਿੱਚ ਅਭੇਦ ਹੋ ਜਾਵੇਂਗਾ। ਸੋ ਇੱਥੇ ਕਮੀ ਵਾਂਸ ਵਿੱਚ ਹੈ, ਚੰਦਨ ਵਿੱਚ ਨਹੀਂ। ਇੱਥੇ ਕਮੀ ਅਸਿੱਖਾਂ ਵਿੱਚ ਹੈ, ਸਾਖਤਾਂ ਵਿੱਚ ਹੈ, ਮਨਮੁਖਾਂ ਵਿੱਚ ਹੈ। ਜਿਹੜੇ ਆ ਤੇ ਗਏ ਗੁਰੂ ਘਰ ਲੰਗਰ ਪਾਣੀ ਛਕਣ, ਪਰ ਸਿੱਖਿਆ ਨਹੀਂ ਧਾਰੀ, ਗੁਰੂ ਦੇ ਬਖਸ਼ੇ ਸਿਧਾਂਤ ਤੇ ਨਹੀਂ ਚੱਲੇ,
ਉਹ ਮੁਕਤੀ ਨਹੀਂ ਪਾ ਸਕਦੇ। ਸੋ ਜੇ ਤੂੰ ਡੁੱਬਿਆ ਹੈ ਤੇ ਆਪਣੇ ਵਿਕਾਰਾਂ ਕਰਕੇ ਡੁੱਬ ਰਿਹਾ ਹੈ। ਗੁਰੂ ਵਿੱਚ ਕੋਈ ਅਧੂਰਾਪਨ ਨਹੀਂ ਹੈ, ਗੁਰੂ ਪੂਰਾ ਹੈ। ਜਿਹੜੇ ਗੁਰੂ ਅੱਗੇ ਝੁਕ ਜਾਂਦੇ ਨੇ ਉਹ ਨਜ਼ਾਤ ਪਾਉਂਦੇ ਨੇ, ਰੋਗਾਂ ਸੋਗਾਂ ਤੋਂ ਮੁਕਤ ਹੋ ਜਾਂਦੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।